ਜੈ ਮਸੀਹ ਦੀ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ। ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਤੇ ਹੈ। ਤੁਹਾਡਾ ਸਮਾਂ ਕੱਢ ਕੇ ਸਾਡੇ ਅਧਿਐਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਇਸ ਗੱਲ ਨੂੰ ਸਾਬਿਤ ਕਰਦਾ ਹੈ ਕਿ ਤੁਹਾਡੇ ਅੰਦਰ ਪਰਮੇਸ਼ਰ ਦੇ ਵਚਨ ਦੇ ਲਈ ਕਿੰਨੀ ਭੁੱਖ ਪਿਆਸ ਹੈ। ਪਰਮੇਸ਼ਰ ਦੇ ਪ੍ਰਤੀ ਇਸ ਪਿਆਰ ਅਤੇ ਸਮਰਪਣ ਦੇ ਲਈ ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ। ਸਾਡੀ ਪ੍ਰਾਰਥਨਾ ਹੈ ਕਿ ਪਰਮੇਸ਼ਰ ਤੁਹਾਨੂੰ ਇਸੇ ਤਰ੍ਹਾਂ ਆਪਣੇ ਗਿਆਨ ਦੇ ਵਿੱਚ ਵਧਾਉਂਦਾ ਚਲਾ ਜਾਏ। ਦੋਸਤੋ, ਅਸੀਂ ਕਈ ਦਿਨਾਂ ਤੋਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਗੱਲਬਾਤ ਕਰਦੇ ਆ ਰਹੇ ਹਾਂ। ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਅਸੀਂ ਬਾਈਬਲ ਦੇ ਕਈ ਮਹਾਨ ਲੋਕਾਂ ਦੇ ਜੀਵਨਾਂ ਦਾ ਅਧਿਐਨ ਕਰਦੇ ਆ ਰਹੇ ਹਾਂ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੇ ਜੀਵਨ ਤੋਂ ਸਿੱਖ ਰਹੇ ਸੀ। ਦਾਨੀਏਲ ਦੇ ਜੀਵਨ ਦੇ ਉੱਤੇ ਭਰੋਸੇ ਅਤੇ ਹੌਸਲੇ ਨੂੰ ਜਾਣ ਕੇ ਤੁਹਾਨੂੰ ਸਾਰਿਆਂ ਨੂੰ ਪ੍ਰੇਰਨਾ ਮਿਲੀ ਹੋਏਗੀ। ਦੋਸਤੋ, ਅੱਜ ਅਸੀਂ ਐਸਤਰ ਦੇ ਜੀਵਨ ਦੇ ਉੱਤੇ ਗੌਰ ਕਰਾਂਗੇ ਅਤੇ ਜਾਣਾਂਗੇ ਕਿ ਪਰਮੇਸ਼ਵਰ ਐਸਤਰ ਦੇ ਜੀਵਨ ਤੋਂ ਸਾਨੂੰ ਸਾਡੇ ਬੱਚਿਆਂ ਦੇ ਲਈ ਕੀ ਸਿਖਾਉਂਦਾ ਹੈ। ਐਸਤਰ ਦੀ ਕਹਾਣੀ ਸਾਨੂੰ ਬਾਈਬਲ ਦੇ ਪੁਰਾਣੇ ਨੇਮ ਦੀ ਪੁਸਤਕ ਦੇ ਵਿੱਚ ਮਿਲਦੀ ਹੈ ਅਤੇ ਇਸ ਪੁਸਤਕ ਦਾ ਨਾਮ ਵੀ ਐਸਤਰ ਹੀ ਹੈ। ਐਸਤਰ ਇੱਕ ਅਨਾਥ ਲੜਕੀ ਸੀ, ਲੇਕਿਨ ਪਰਮੇਸ਼ਰ ਨੇ ਉਸਨੂੰ ਇੱਕ ਖਾਸ ਉਦੇਸ਼ ਦੇ ਲਈ ਖੜਾ ਕੀਤਾ, ਜਿਸ ਦੇ ਕਰਕੇ ਉਹ ਮਹਾਨ ਰਾਣੀਆਂ ਵਿੱਚੋਂ ਇੱਕ ਗਿਣੀ ਗਈ। ਤਾਂ ਫਿਰ ਦੋਸਤੋ, ਕੀ ਤੁਸੀਂ ਤਿਆਰ ਹੋ ਡਾਕਟਰ ਡੇਵਿਡ ਯਰਮਾਇਆ ਦੇ ਨਾਲ ਇੱਕ ਹੋਰ ਦਿਲਚਸਪ ਅਧਿਐਨ ਕਰਨ ਦੇ ਲਈ? ਤਾਂ ਆਓ, ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਅਧਿਐਨ ਨੂੰ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੀ ਆਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਣ ਵਿੱਚ ਦੇਰ ਨਹੀਂ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ। ਨੰਬਰ 1, ਅਸਤੇਰ ਪਰਮੇਸ਼ਰ ਤੇ ਭਰੋਸਾ ਕਰਦੀ ਸੀ। ਨੰਬਰ 2, ਅਸਤੇਰ ਨੇ ਪਰਮੇਸ਼ਰ ਦੀ ਸਿਆਣਪ ਨੂੰ ਪ੍ਰਗਟ ਕੀਤਾ। ਨੰਬਰ 3, ਅਸਤੇਰ ਪਰਮੇਸ਼ਰ ਦੀ ਪ੍ਰਭੁਤਾ ਦੇ ਪ੍ਰਤੀ ਸਮਰਪਿਤ ਸੀ। ਨੰਬਰ 4, ਅਸਤੇਰ ਆਪਣੀ ਜ਼ਿੰਮੇਦਾਰੀ ਦੇ ਪ੍ਰਤੀ ਵਫਾਦਾਰ ਸੀ। ਨੰਬਰ 5, ਸਾਹਸੀ ਰਾਣੀ ਦੀ ਸਿੱਖਿਆ। ਭਾਗ ਊੜਾ, ਯੋਜਨਾ ਜਿੰਨੀ ਗੰਭੀਰ ਹੁੰਦੀ ਹੈ, ਉਸ ਦੀ ਤਿਆਰੀ ਵੀ ਓਨੀ ਹੀ ਗੰਭੀਰ ਹੁੰਦੀ ਹੈ। ਭਾਗ ਐੜਾ, ਮਹੱਤਵਪੂਰਨ ਵਿਸ਼ੇ ਦੇ ਬਾਰੇ ਸੋਚਣਾ ਹੀ ਦੁਨਿਆਵੀ ਕੰਮ ਕਰਨਾ ਹੈ।
ਭਾਗ ਈੜੀ, ਜੇ ਤੁਹਾਡਾ ਕਾਰਨ ਸਹੀ ਹੈ ਤਾਂ ਹੌਸਲਾ ਵੀ ਮਜ਼ਬੂਤ ਹੋਵੇਗਾ। ਕੁੜੀਆਂ ਸਾਡੇ ਘਰ ਵਿੱਚ ਇੱਕ ਵਿਸ਼ੇਸ਼ ਤਰੀਕੇ ਨਾਲ ਸਾਡੇ ਜੀਵਨ 'ਚ ਖੁਸ਼ੀਆਂ ਅਤੇ ਗਮ ਲਿਆਉਂਦੀਆਂ ਹਨ। ਲੜਕਿਆਂ ਦੀ ਤਰ੍ਹਾਂ ਹੀ ਕੁੜੀਆਂ ਕੋਲ ਪਰਮੇਸ਼ਰ ਲਈ ਕੰਮ ਕਰਨ ਦੀ ਆਂਤਰਿਕ ਸ਼ਕਤੀ ਹੁੰਦੀ ਹੈ। ਮੈਂ ਸੱਚਮੁੱਚ ਕਈ ਵਾਰ ਅਚੰਭਾ ਕਰਦਾ ਹਾਂ, ਜੇ ਔਰਤਾਂ ਅੱਜ ਆਪਣੇ ਯੋਗਦਾਨ ਨਾ ਦੇ ਰਹੀਆਂ ਹੁੰਦੀਆਂ ਤਾਂ ਪਰਮੇਸ਼ਰ ਦੇ ਰਾਜ ਦਾ ਕੀ ਹੁੰਦਾ। ਅਤੇ ਇਹ ਸਾਡਾ ਵਿਸ਼ੇਸ਼ ਅਧਿਕਾਰ ਅਤੇ ਕਰਤੱਵ ਹੈ। ਮਾਤਾ ਪਿਤਾ ਹੋਣ ਦੇ ਨਾਤੇ ਔਰਤਾਂ ਦੀ ਸਹਾਇਤਾ ਕਰੀਏ ਕਿ ਉਹ ਮਸੀਹ ਲਈ ਕੁਝ ਕਰ ਸਕਣ। ਐਮੀ ਕਰਮਿਕਲ, ਜਿਸ ਨੇ ਤੁਹਾਡੇ ਵਿੱਚੋਂ ਕਈ ਲੋਕ ਜਾਣਦੇ ਹਨ ਪਰ ਹੋ ਸਕਦਾ ਹੈ ਨਾ ਜਾਣਦੇ ਹੋਣ, ਸੈਂਕੜੋਂ ਬੇਸਹਾਰਾ ਲੜਕੀਆਂ ਦੀ ਮਾਂ ਬਣੀ, ਨਹੀਂ ਤਾਂ ਉਹ ਲੜਕੀਆਂ ਬੇਸ਼ਾਂ ਦਾ ਜੀਵਨ ਬਤੀਤ ਕਰਨੀਆਂ ਹੁੰਦੀਆਂ। ਜਾਂ ਇਸ ਤੋਂ ਵੀ ਬਿਹਤਰ, ਉਸਨੇ 13 ਤੋਂ 19 ਸਾਲ ਦੇ ਬੱਚਿਆਂ ਲਈ ਪ੍ਰਾਰਥਨਾ ਲਿਖੀ, ਜਿਸ ਨੂੰ ਮੈਂ ਬਿਆਨ ਕਰਦੀ ਹਾਂ। ਪਿਆਰੇ ਪਰਮੇਸ਼ਰ, ਤੂੰ ਇਹਨਾਂ ਨੂੰ ਮਸੀਹ ਲਈ ਚੰਗੇ ਯੋਧੇ ਬਣਾ। ਇਹ ਯੁੱਧ ਦੇ ਦਿਨਾਂ ਦੇ ਵਿੱਚ ਕਦੇ ਪਿੱਛੇ ਨਾ ਹਟਣ। ਇਹ ਆਤਮਾ ਨੂੰ ਜਿੱਤਣ ਵਾਲੇ ਅਤੇ ਸਹਾਇਤਾ ਕਰਨ ਵਾਲੇ ਬਣ। ਇਹ ਸੇਵਾ ਕਰਨ ਵਾਲੇ, ਨਾ ਕਿ ਸੇਵਾ ਕਰਾਉਣ ਵਾਲੇ ਬਣ। ਇਹਨਾਂ ਨੂੰ ਵਫਾਦਾਰ ਬਣਾ। ਇਹਨਾਂ ਲਈ ਵਫਾਦਾਰੀ ਸਭ ਤੋਂ ਪਹਿਲਾਂ ਹੋਵੇ। ਇਹ ਕੰਮ ਕਰਨ ਵਾਲੇ ਬਣ, ਨਾ ਕਿ ਗੱਲਾਂ ਕਰਨ ਵਾਲੇ। ਇਹ ਔਖਾ ਕੰਮ ਕਰਨ ਵਿੱਚ ਆਨੰਦ ਮਹਿਸੂਸ ਕਰਨ ਅਤੇ ਸੌਖੇ ਕੰਮਾਂ ਦੀ ਉਪੇਸ਼ਕਾ ਔਖੇ ਕੰਮ ਕਰਨਾ। ਇਹਨਾਂ ਨੂੰ ਵਿਸ਼ਵਾਸਯੋਗ ਬਣਾ। ਇਹਨਾਂ ਨੂੰ ਆਪਣੀ ਲਿਖਤ ਦੇ ਪ੍ਰਤੀ ਬੁੱਧਵਾਨ ਬਣਾ। ਪਰਮੇਸ਼ਰ ਨਿਰਬੁੱਧਾਂ ਨਾਲ ਪ੍ਰਸੰਨ ਨਹੀਂ ਹੁੰਦਾ। ਉਹ ਆਪਣੇ ਆਪ ਤੇ ਨਿਰਭਰ ਨਾ ਹੋ ਕੇ ਤੇਰੇ ਉੱਤੇ ਨਿਰਭਰ ਹੋਣ ਔਰ ਸਿੱਖਣ ਧਰਤੀ ਦੀਆਂ ਚੀਜ਼ਾਂ ਉਹਨਾਂ ਤੇ ਸ਼ਾਸਨ ਨਾ ਕਰ ਸਕਣ। ਉਹਨਾਂ ਨੂੰ ਆਜ਼ਾਦ ਕਰ। ਉਹ ਤੰਦਰੁਸਤੀ, ਖੁਸ਼ਹਾਲੀ ਅਤੇ ਮਿੱਤਰਤਾ ਵਿੱਚ ਵਧਣ ਅਤੇ ਦੂਜਿਆਂ ਨੂੰ ਖੁਸ਼ੀ ਦੇਣ ਵਾਲੇ ਬਣ ਸਕਣ। ਉਹਨਾਂ ਦੀਆਂ ਅੱਖਾਂ ਖੋਲ੍ਹ ਦੇ ਤਾਂ ਜੋ ਉਹ ਜਗਤ ਦੀ ਸੁੰਦਰਤਾ ਨੂੰ ਵੇਖ ਸਕਣ ਅਤੇ ਆਪਣੇ ਦਿਲ ਵਿੱਚ ਇਹਨਾਂ ਦੀ ਰਚਨਾ ਕਰਨ ਵਾਲੇ ਦੀ ਮਹਿਮਾ ਕਰ ਸਕਣ। ਉਹ ਹਰੇਕ ਛੋਟੇ ਵੱਡੇ ਦੇ ਪ੍ਰਤੀ ਮਿੱਤਰ ਬਣੇ ਰਹਿਣ। ਉਹ ਅਤਿਆਚਾਰ ਨਾਲ ਨਫ਼ਰਤ ਕਰਨ ਵਾਲੇ ਬਣ ਸਕਣ। ਉਹ ਪ੍ਰਭੂ, ਉਹ ਤੇਰੇ ਪ੍ਰਕਾਸ਼ ਵਿੱਚ ਚੱਲਣ ਵਾਲੇ ਬਣ ਸਕਣ। ਅਤੇ ਆਪਣੇ ਲਈ ਪ੍ਰਾਰਥਨਾ ਹੈ ਕਿ ਕਦੇ ਕਮਜ਼ੋਰ ਨਾ ਬਣੀਏ। ਪਰਮੇਸ਼ਰ ਮੇਰਾ ਦਿਲ ਉਦਾਰ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਸ਼ਕਤੀ ਦੇ, ਤਾਂ ਕਿ ਅਸੀਂ ਦੂਜਿਆਂ ਨੂੰ ਸਿੱਖਿਆ ਦੇ ਸਕੀਏ ਕਿ ਉਹ ਇੰਜ ਕਹਿ ਸਕਣ। ਅਤੇ ਮੈਂ ਖਾਸ ਕਰ ਆਖਰੀ ਲਾਈਨ ਨੂੰ ਲੈਂਦਾ ਹਾਂ, ਦੂਜਿਆਂ ਨੂੰ ਸਿੱਖਿਆ ਦੇ ਸਕੀਏ, ਆਪਣੇ ਆਪ ਨੂੰ ਛੁਪਾ ਕੇ ਨਾ ਰੱਖੀਏ। ਐਮੀ ਕਰਮੀਲ ਦੀ ਮਜ਼ਬੂਤ ਪ੍ਰਾਰਥਨਾ ਦੀ ਝਲਕ ਸਾਨੂੰ ਪੁਰਾਣੇ ਨੇਮ ਦੀ ਅਸਤਰ ਦੀ ਕਿਤਾਬ ਵਿੱਚ ਵੇਖਣ ਨੂੰ ਮਿਲਦੀ ਹੈ। ਜਿਸ ਤਰ੍ਹਾਂ ਦੀ ਸਿੱਖਿਆ ਅਸਤਰ ਨੂੰ ਘਰ ਵਿੱਚ ਮਿਲੀ ਸੀ, ਉਸੇ ਤਰ੍ਹਾਂ ਹੀ ਉਸਨੇ ਦੂਜਿਆਂ ਨੂੰ ਸਿੱਖਿਆ ਦਿੱਤੀ। ਆਪਣੇ ਆਪ ਨੂੰ ਛੁਪਾਓ ਨਹੀਂ। ਅਸਤਰ ਹਮੇਸ਼ਾ ਹੀ ਯਾਦ ਕੀਤੀ ਜਾਵੇਗੀ ਕਿ ਉਹ ਇੱਕ ਬਹੁਤ ਖੂਬਸੂਰਤ 5ਵੀਂ ਸਦੀ ਦੀ ਪਰਮੇਸ਼ਰ ਦਾ ਭੈ ਰੱਖਣ ਵਾਲੀ ਯਹੂਦੀ ਔਰਤ ਸੀ ਅਤੇ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਉਸ ਨੂੰ ਇਸਤੇਮਾਲ ਕੀਤਾ ਅਤੇ ਇਸ ਤਰ੍ਹਾਂ ਇਸ ਪਰਿਵਾਰ ਦੀ ਰੂਪ-ਰੇਖਾ ਨੂੰ ਬਚਾ ਕੇ ਰੱਖਿਆ, ਕਿਉਂ ਜੋ ਪ੍ਰਭੂ ਯੀਸ਼ੂ ਮਸੀਹ ਨੇ ਇਸ ਵਿੱਚੋਂ ਆਉਣਾ ਸੀ। ਆਓ ਮੈਂ ਤੁਹਾਨੂੰ ਉਸ ਦੇ ਜੀਵਨ ਦੇ ਬਾਰੇ ਕੁਝ ਪ੍ਰਕਾਸ਼ ਦੇਵਾਂ। ਉਸ ਦਾ ਪਾਲਣ ਪੋਸ਼ਣ ਇੱਕ ਅਨਾਥ ਦੀ ਤਰ੍ਹਾਂ ਉਹਦੇ ਚਾਚੇ ਮਰਦਕਾਈ ਦੇ ਘਰ ਹੋਇਆ। ਮਰਦਕਾਈ ਨੇ ਆਪਣੇ ਚਾਚੇ ਦੀ ਧੀ ਅਸਤਰ ਨੂੰ ਆਪਣੀ ਧੀ ਕਰਕੇ ਲੈ ਲਿਆ ਅਤੇ ਅਸਤਰ ਤਦ ਤੱਕ ਉਸ ਦੀ ਛੱਤ ਹੇਠਾਂ ਹੀ ਰਹੀ ਜਦ ਤੱਕ ਉਹ ਰਾਜਾ ਦੀ ਪਤਨੀ ਹੋਣ ਲਈ ਅਬਸ਼ਰੋਸ਼ ਪਾਤਸ਼ਾਹ ਨੂੰ ਨਾ ਸੌਂਪੀ ਗਈ। ਇਬਰਾਨੀ ਭਾਖਿਆ ਵਿੱਚ ਪਾਤਸ਼ਾਹ ਦਾ ਇਹ ਹੀ ਨਾਮ ਸੀ। ਜਿੰਨੀਆਂ ਵੀ ਚੁਣੀਆਂ ਹੋਈਆਂ ਛੋਕਰੀਆਂ ਪਾਤਸ਼ਾਹ ਦੀ ਰਾਣੀ ਬਣਨ ਲਈ ਇਕੱਠੀਆਂ ਕੀਤੀਆਂ ਗਈਆਂ ਸਨ, ਉਹਨਾਂ ਵਿੱਚੋਂ ਇਹ ਅਨਾਥ ਲੜਕੀ ਅਸਤਰ ਚੁਣੀ ਗਈ ਤਾਂ ਕਿ ਰਾਣੀ ਵਸਤਾ ਦੀ ਜਗ੍ਹਾ ਲਵੇ, ਜਿਸ ਨੂੰ ਮਲਕਾ ਦੇ ਪਦ ਤੋਂ ਹਟਾ ਦਿੱਤਾ ਗਿਆ ਸੀ, ਕਿਉਂ ਜੋ ਉਸਨੇ ਰਾਜਾ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਸੀ। ਅਤੇ ਇਸ ਲਈ ਪਰਮੇਸ਼ਰ ਨੇ ਇਹ ਰਚਨਾ ਰਚੀ ਕਿ ਉਸ ਦੀ ਹੀ ਬੱਚੀ ਮਲਕਾ ਦਾ ਅਹੁਦਾ ਲਵੇ, ਇਸ ਲਈ ਕਿ ਜਦ ਦੁਸ਼ਟ ਹਮਾਨ ਯਹੂਦੀਆਂ ਨੂੰ ਨਾਸ ਕਰਨ ਦੀ ਯੋਜਨਾ ਬਣਾਵੇ ਤਾਂ ਅਸਤਰ ਇਸ ਕਠਿਨਾਈ ਦੇ ਸਮੇਂ ਪਰਮੇਸ਼ਰ ਦੇ ਲੋਕਾਂ ਨੂੰ ਬਚਾ ਸਕੇ। ਦਾਨੀਅਲ ਦੇ ਜੀਵਨ ਦੀ ਤਰ੍ਹਾਂ ਹੀ ਸਾਡੇ ਕੋਲ ਕੋਈ ਸਬੂਤ ਨਹੀਂ ਕਿ ਬਚਪਨ ਵਿੱਚ ਇਹ ਕਲਾ ਕਿਸ ਤਰ੍ਹਾਂ ਸਿੱਖੀ। ਉਹ ਇੱਕ ਅਦਭੁਤ ਔਰਤ ਬਣ ਕੇ ਸਾਹਮਣੇ ਆਈ, ਪਰ ਬਾਈਬਲ ਦੇ ਵਾਕਿਆਂ ਵਿੱਚ ਐਸੇ ਸੰਕੇਤ ਮਿਲਦੇ ਹਨ ਜੋ ਉਸ ਦੇ ਜੀਵਨ ਨੂੰ ਪ੍ਰਗਟ ਕਰਦੇ ਹਨ, ਜੋ ਸਾਨੂੰ ਦੱਸਦੇ ਹਨ ਕਿ ਉਹ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਬਣ ਪਈ। ਨੰਬਰ 1, ਅਸਤਰ ਪਰਮੇਸ਼ਰ ਤੇ ਭਰੋਸਾ ਕਰਦੀ ਸੀ। ਸਾਨੂੰ ਦੱਸਿਆ ਗਿਆ ਹੈ ਕਿ ਮਰਦਕਈ ਦੀ ਇੱਕ ਚਚੇਰੀ ਭੈਣ ਜਿਸ ਦਾ ਨਾਮ ਹਦਸ ਸੀ, ਜਿਸ ਨੂੰ ਉਸਨੇ ਪਾਲਿਆ ਸੀ ਕਿਉਂਕਿ ਉਸ ਦੇ ਮਾਂ-ਬਾਪ ਨਹੀਂ ਸਨ। ਇਸ ਲੜਕੀ ਨੂੰ ਅਸਤਰ ਵੀ ਆਖਿਆ ਜਾਂਦਾ ਹੈ, ਜੋ ਸ਼ਕਲ ਸੂਰਤ ਵਿੱਚ ਬਹੁਤ ਸੋਹਣੀ ਅਤੇ ਮਰਦਕਾਈ ਨੇ ਉਸ ਨੂੰ ਆਪਣੀ ਧੀ ਕਰਕੇ ਲੈ ਲਿਆ ਸੀ। ਇਸ ਦਾ ਬਿਆਨ ਅਸਤਰ 2:7 ਵਿੱਚ ਹੈ ਅਤੇ ਕਿੰਗ ਜੇਮਸ ਵਿੱਚ ਇਸ ਤਰ੍ਹਾਂ ਲਿਖਿਆ ਹੈ, ਉਹਨੇ ਹਦਸ ਅਰਥਾਤ ਅਸਤਰ ਆਪਣੇ ਚਾਚੇ ਦੀ ਧੀ ਨੂੰ ਪਾਲਿਆ ਕਿਉਂਕਿ ਨਾ ਉਹਦਾ ਪਿਓ ਸੀ ਨਾ ਉਹਦੀ ਮਾਂ ਸੀ। ਇਹ ਛੋਕਰੀ ਵੇਖਣ ਪਰਖਣ ਵਿੱਚ ਬਹੁਤ ਹੀ ਸੋਹਣੀ ਅਤੇ ਜਦ ਉਸ ਦੇ ਮਾਪਿਓ ਮਰ ਗਏ ਤਾਂ ਮਰਦਕਈ ਨੇ ਉਸ ਨੂੰ ਆਪਣੀ ਧੀ ਕਰਕੇ ਲੈ ਲਿਆ।
ਮਰਦਕਈ ਪਰਮੇਸ਼ਰ ਦਾ ਜਨ ਸੀ, ਜਿਸ ਨੇ ਆਪਣੇ ਚਾਚਾ ਦੀ ਧੀ ਨੂੰ ਆਪਣੀ ਧੀ ਬਣਾ ਕੇ ਪਾਲਿਆ। ਜੇ ਤੁਸੀਂ ਅਸਤਰ ਦੇ ਪ੍ਰਤੀ ਉਸ ਦੇ ਪਿਆਰ ਦੀ ਤਸਵੀਰ ਵੇਖਣਾ ਚਾਹੋ ਤਾਂ ਅਸਤਰ ਦੇ ਦੂਜੇ ਅਧਿਆਏ ਦੀ ਐਤ 11 ਵੇਖੋ। ਕਹਾਣੀ ਵਿੱਚ ਹੁਣ ਤੱਕ ਅਸਤਰ ਵੀ ਦੂਜੀਆਂ ਛੋਕਰੀਆਂ ਨਾਲ ਰਾਜੇ ਦੀ ਪਤਨੀ ਬਣਨ ਲਈ ਸ਼ਾਹੀ ਮਹਿਲ ਵਿੱਚ ਲਿਆਂਦੀ ਗਈ ਸੀ, ਅਤੇ ਸਾਨੂੰ ਦੱਸਿਆ ਗਿਆ ਹੈ ਕਿ ਮਰਦਕਈ ਨਿਤ-ਨਿਤ ਜਨਾਨੇ ਖਾਨੇ ਦੇ ਵਿਹੜੇ ਦੇ ਅੱਗੇ ਫਿਰਦਾ ਰਹਿੰਦਾ ਸੀ, ਤਾਂ ਜੋ ਅਸਤਰ ਦੀ ਸੁਖਸਾਦ ਨੂੰ ਜਾਣੇ ਭਾਈ ਉਸ ਦੇ ਨਾਲ ਕੀ ਬੀਤਦਾ ਹੈ। ਅਸਤਰ ਲਈ ਉਸ ਦਾ ਇਸ ਤਰ੍ਹਾਂ ਫਿਰਦੇ ਰਹਿਣਾ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਉਹ ਉਸ ਨੂੰ ਆਪਣੀ ਧੀ ਸਮਝਦਾ ਸੀ। ਅਸਤਰ ਅਨਾਥ ਹੀ ਜਵਾਨ ਹੋਈ, ਅਤੇ ਮਰਦਕਈ ਨੂੰ ਪਰਮੇਸ਼ਰ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਉਸਨੇ ਇਸ ਨੂੰ ਆਪਣੀ ਹੀ ਧੀ ਸਮਝ ਕੇ ਪਾਇਆ। ਇਸ ਆਦਮੀ ਦਾ ਉਸ ਦੀ ਨਿਗਰਾਨੀ ਕਰਨਾ ਇਹ ਦਰਸਾਉਂਦਾ ਹੈ ਕਿ ਉਹ ਜਾਣਦਾ ਸੀ ਕਿ ਉਸਨੇ ਇਸ ਨੂੰ ਖਤਰੇ ਵਾਲੀ ਜਗ੍ਹਾ ਤੇ ਰੱਖਿਆ ਹੈ। ਉਹ ਜਾਣਦਾ ਸੀ ਕਿ ਉਹ ਐਸੀ ਜਗ੍ਹਾ ਤੇ ਜਾ ਰਹੀ ਹੈ, ਜੇ ਕਿਸੇ ਨੇ ਉਸ ਦੇ ਬਾਰੇ ਉਹਨੂੰ ਜਾਣ ਲਿਆ, ਪਤਾ ਲੱਗ ਗਿਆ, ਤਾਂ ਉਹ ਬਹੁਤ ਮੁਸੀਬਤ ਵਿੱਚ ਪੈ ਜਾਵੇਗੀ ਅਤੇ ਉਸ ਦਾ ਬਚਾਓ ਕਰਨਾ ਮੁਸ਼ਕਲ ਹੋ ਜਾਵੇਗਾ। ਅਤੇ ਇਸ ਲਈ ਉਹ ਬਹੁਤ ਪਰੇਸ਼ਾਨ ਸੀ, ਜਿਸ ਤਰ੍ਹਾਂ ਇੱਕ ਪਿਓ ਆਪਣੀ ਧੀ ਦੇ ਬਾਰੇ ਪਰੇਸ਼ਾਨ ਹੁੰਦਾ ਹੈ। ਜਦ ਕਿ ਉਹ ਸਪਸ਼ਟ ਰੂਪ ਵਿੱਚ ਅਹਿਸਾਸ ਕਰਦਾ ਸੀ ਇਹ ਸਭ ਉਸਨੇ ਇੱਕ ਮਕਸਦ ਲਈ ਕੀਤਾ ਅਤੇ ਪਰਮੇਸ਼ਰ ਦੀ ਇੱਛਾ ਅਨੁਸਾਰ ਹੈ। ਇਸ ਲਈ ਇੱਕ ਦਿਨ ਲਈ ਨਹੀਂ ਬਲਕਿ ਹਰ ਰੋਜ਼ ਉਸ ਦੀ ਨਿਗਰਾਨੀ ਰੱਖਦਾ ਸੀ ਕਿ ਉਹ ਕਿਸ ਤਰ੍ਹਾਂ ਰਹਿ ਰਹੀ ਹੈ। ਅਸਤਰ ਦਾ ਪ੍ਰੇਮ ਵੀ ਇਹ ਪ੍ਰਗਟ ਕਰਦਾ ਹੈ ਕਿ ਇਸ ਨੂੰ ਆਪਣਾ ਪਿਓ ਹੀ ਸਮਝਦੀ ਸੀ। ਉਹ ਜਾਣਦੀ ਸੀ ਕਿ ਮਰਦਕਈ ਇੱਕ ਵਿਸ਼ਵਾਸਯੋਗ ਮਨੁੱਖ ਹੈ, ਅਤੇ ਉਹ ਉਸ ਉੱਪਰ ਅਤੇ ਉਸ ਦੀ ਬੁੱਧੀ ਦਾ ਸਹਾਰਾ ਲੈਂਦੀ ਸੀ। ਇਸ ਲਈ ਉਸਨੇ ਉਸ ਦੀ ਚੇਤਾਵਨੀਆਂ ਦੇ ਅਨੁਸਾਰ ਹੀ ਕੀਤਾ। ਯਾਦ ਕਰੋ, ਮਰਦਕਈ ਨੇ ਉਸ ਨੂੰ ਤਾਕੀਦ ਕੀਤੀ ਸੀ ਕਿ ਉਹ ਆਪਣੇ ਯਹੂਦੀ ਹੋਣ ਦੀ ਪਹਿਚਾਣ ਨਾ ਦੱਸੇ। ਅਸਤੇਰ 2 ਅਧਿਆਇ 10 ਦੱਸਦੇ ਹਨ। ਅਸਤਰ ਨੇ ਨਾ ਆਪਣੀ ਉਮਤ ਆਪਣੇ ਟੱਬਰ ਦਾ ਕੋਈ ਪਤਾ ਨਹੀਂ ਦੱਸਿਆ, ਕਿਉਂ ਜੋ ਮਰਦਕਈ ਨੇ ਉਸ ਨੂੰ ਤਾਕੀਦ ਕੀਤੀ ਹੋਈ ਸੀ ਕਿਉਂਕਿ ਉਹ ਪਤਾ ਨਾ ਦੇਵੇ। ਉਹ ਇਸ ਆਦਮੀ ਦੇ ਪ੍ਰਤੀ ਇਸ ਤਰ੍ਹਾਂ ਉਤਰਦੀ ਸੀ ਕਿ ਉਹ ਉਸ ਦਾ ਪਿਤਾ ਹੈ, ਅਤੇ ਮਰਦਕਈ ਜਾਣਦਾ ਸੀ ਕਿ ਜੇ ਉਹ ਮਹਿਲ ਵਿੱਚ ਲੋਕਾਂ ਨੂੰ ਇਹ ਦੱਸ ਦੇਵੇਗੀ ਕਿ ਉਹ ਇੱਕ ਯਹੂਦੀ ਹੈ, ਉਹ ਕਦੇ ਵੀ ਮਲਕਾ ਹੋਣ ਲਈ ਨਹੀਂ ਚੁਣੀ ਜਾਏਗੀ। ਦੁਬਾਰਾ ਫਿਰ ਇਸੇ ਚੀਜ਼ ਨੂੰ ਅਸੀਂ ਅਸਤੇਰ 2 ਅਧਿਆਇ 20 ਵਿੱਚ ਦੇਖਾਂਗੇ। ਅਸਤੇਰ ਨੇ ਨਾ ਆਪਣੇ ਟੱਬਰ ਦਾ ਨਾ ਆਪਣੀ ਉਮਤ ਦਾ ਪਤਾ ਦੱਸਿਆ, ਕਿਉਂ ਜੋ ਮਰਦਕਈ ਨੇ ਉਸ ਨੂੰ ਤਾਕੀਦ ਕੀਤੀ ਹੋਈ ਸੀ, ਔਰ ਅਸਤਰ ਮਰਦਕਈ ਦਾ ਹੁਕਮ ਉਦਾਂ ਹੀ ਮੰਨਦੀ ਸੀ ਜਿੱਦਾਂ ਉਹ ਉਹਦੇ ਕੋਲ ਪਲਦੀ ਸੀ। ਧਿਆਨ ਦਿਓ, ਅਸਤਰ ਹੁਣ ਕਹਾਣੀ ਦੀ ਮਲਕਾ ਬਣ ਗਈ ਹੈ। ਉਸ ਦੀ ਤਾਜਪੋਸ਼ੀ ਦੀ ਦੌਤ ਕੀਤੀ ਗਈ ਹੈ। ਬਾਕੀ ਸਾਰੀਆਂ ਕੁਆਰੀਆਂ ਨੂੰ ਵਿਦਾ ਕੀਤਾ ਗਿਆ ਹੈ, ਅਤੇ ਹੁਣ ਉਹ ਚੁਣੀ ਗਈ ਹੀ ਤਾਂ ਕਿ ਰਾਜੇ ਦੀ ਮਲਕਾ ਅਤੇ ਪਤਨੀ ਬਣੇ। ਉਸ ਨੂੰ ਰਾਜਸ਼੍ਰੀ ਮਹਿਲ ਵਿੱਚ ਰਾਜਗੱਦੀ ਤੇ ਬਿਠਾਇਆ ਗਿਆ ਹੈ। ਉਸ ਵੇਲੇ ਧਰਤੀ ਉੱਤੇ ਉਸ ਤੋਂ ਵੱਧ ਸ਼ਕਤੀਸ਼ਾਲੀ ਕੋਈ ਔਰਤ ਨਹੀਂ ਸੀ, ਅਤੇ ਬਾਈਬਲ ਦੱਸਦੀ ਹੈ ਤਦ ਤੱਕ ਉਸਨੇ ਆਪਣੀ ਪਛਾਣ ਨੂੰ ਛੁਪਾਈ ਰੱਖਿਆ, ਇੱਥੋਂ ਤੱਕ ਕਿ ਆਪਣੇ ਪਤੀ ਕੋਲੋਂ ਵੀ, ਕਿਉਂ ਜੋ ਜਿਸ ਤਰ੍ਹਾਂ ਮਰਦਕਈ ਨੇ ਉਸ ਨੂੰ ਕਿਹਾ ਸੀ, ਉਸਨੇ ਆਪਣੇ ਪਿਤਾ ਦੀ ਤਰ੍ਹਾਂ ਉਸ ਨੂੰ ਮਹਿਮਾ ਦਿੱਤੀ। ਉਸ ਦਾ ਇਸ ਆਦਮੀ ਨਾਲ ਸਹੀ ਸੰਬੰਧ ਸੀ ਜਿਸ ਨੇ ਉਸ ਦੀ ਅਗਵਾਈ ਕੀਤੀ। ਉਸਨੇ ਠੀਕ ਉਸੇ ਤਰ੍ਹਾਂ ਹੀ ਕਰਨਾ ਚਾਹਿਆ ਜਿਸ ਤਰ੍ਹਾਂ ਮਰਦਕਈ ਨੇ ਕਰਨ ਲਈ ਕਿਹਾ। ਉਸਨੇ ਅਸਤਰ ਨੂੰ ਇਸ ਤਰ੍ਹਾਂ ਕਰਨ ਦੀ ਤਾਕੀਦ ਕਿਉਂ ਕੀਤੀ, ਇਹ ਸਾਫ਼ ਨਜ਼ਰ ਨਹੀਂ ਆਉਂਦਾ ਕਿ ਅਸਤਰ ਆਪਣੇ ਆਪ ਨੂੰ ਖਤਰੇ ਵਿੱਚ ਪਾ ਲੈਂਦੀ ਜੇ ਉਹ ਕਿਸੇ ਨੂੰ ਦੱਸ ਦਿੰਦੀ ਕਿ ਉਹ ਕੌਣ ਹੈ, ਅਤੇ ਇਸ ਲਈ ਉਸਨੇ ਇਸ ਨੂੰ ਛੁਪਾ ਕੇ ਰੱਖਿਆ। ਅਤੇ ਤਦ ਅਸੀਂ ਕਹਾਣੀ ਵਿੱਚ ਪੜ੍ਹਦੇ ਹਾਂ ਕਿ ਅਸਤਰ ਨੇ ਪਰਮੇਸ਼ਰ ਦੀ ਸਹਾਇਤਾ ਮੰਗੀ, ਅਤੇ ਮੈਂ ਮੰਨ ਲੈਂਦਾ ਹਾਂ ਕਿ ਤੁਹਾਨੂੰ ਇਹ ਕਹਾਣੀ ਪਤਾ ਹੈ। ਇਸ ਲਈ ਮੈਂ ਕੁੱਦ ਕੇ ਕੁਝ ਵਿਵਰਣ ਉੱਤੇ ਪਹੁੰਚਦਾ ਹਾਂ ਅਤੇ ਕੁਝ ਸਿਧਾਂਤ ਵੇਖਦਾ ਹਾਂ ਜੋ ਇੱਥੇ ਹਨ, ਪਰ ਮੈਂ ਚਾਹੁੰਦਾ ਹਾਂ ਤੁਸੀਂ ਧਿਆਨ ਦਿਓ ਕਿ ਜਦ ਮਰਦਕਈ ਨੇ ਰਾਣੀ ਅਸਤਰ ਨੂੰ ਚੁਣੌਤੀ ਦਿੱਤੀ ਕਿ ਉਸਦੀ ਅਤੇ ਉਸਦੇ ਸੰਬੰਧੀ ਖਤਰੇ ਵਿੱਚ ਹਨ, ਯਾਦ ਰੱਖੋ ਹੁਣ ਉਹ ਜਾਣਦੀ ਸੀ ਕਿ ਉਹ ਹੁਣ ਖਤਰੇ ਵਾਲੀ ਜਗ੍ਹਾ ਤੇ ਹੈ, ਕਿਉਂ ਜੋ ਹਮਾਨ ਜੋ ਕਰਨ ਜਾ ਰਿਹਾ ਸੀ ਉਹ ਉਸ ਨੂੰ ਆਖਦਾ ਹੈ ਕਿ ਉਹ ਆਪਣੇ ਪਤੀ ਜੋ ਰਾਜਾ ਉਹਦੇ ਸਾਹਮਣੇ ਜਾਵੇ ਅਤੇ ਉਸ ਨੂੰ ਆਪਣਾ ਮਨ ਬਦਲਣ ਲਈ ਕੋਸ਼ਿਸ਼ ਕਰੇ। ਇਸ ਤਰ੍ਹਾਂ ਦੀ ਪ੍ਰਾਰਥਨਾ 2 ਕਾਰਨ ਲਈ ਸ਼ੋਕ ਨਾਲ ਭਰੀ ਹੋਈ ਸੀ। ਸਭ ਤੋਂ ਪਹਿਲਾ ਕਾਰਨ ਇਹ ਸੀ ਕਿ ਬਿਨਾਂ ਸੱਦੇ ਪਾਤਸ਼ਾਹ ਦੇ ਅੰਦਰਲੇ ਵਿਹੜੇ ਜਾਣ ਵਾਲੇ ਨੂੰ ਜਾਨ ਤੋਂ ਮਾਰਿਆ ਜਾਏ, ਅਤੇ ਦੂਜਾ ਕਾਰਨ ਇਹ ਸੀ ਕਿ ਫਾਰਸੀ ਨਿਯਮ ਅਨੁਸਾਰ ਰਾਜਾ ਜੋ ਕਾਨੂੰਨ ਬਣਾ ਦਿੰਦਾ ਸੀ ਉਹ ਆਪ ਵੀ ਇਸ ਨੂੰ ਬਦਲ ਨਹੀਂ ਸੀ ਸਕਦਾ, ਕਿਉਂ ਜੋ ਕਾਨੂੰਨ ਬਹੁਤ ਹੀ ਗੰਭੀਰ ਹੁੰਦੇ ਸਨ। ਇਸ ਲਈ ਅਸਤਰ ਆਪਣੇ ਸਰਪ੍ਰਸਤ ਜੋ ਉਸਦੇ ਪਿਤਾ ਦੀ ਜਗ੍ਹਾ ਤੇ ਸੀ, ਉਹਦੀ ਪ੍ਰਾਰਥਨਾ ਦਾ ਉੱਤਰ ਕਿਸ ਤਰ੍ਹਾਂ ਦੇਣ ਜਾ ਰਹੀ ਹੈ। ਬਾਈਬਲ ਦੀ ਕਿਤਾਬ ਅਸਤਰ 4 ਅਧਿਆਇ 15 ਤੇ 16 ਵਚਨਾਂ ਦੇ ਉੱਤੇ ਧਿਆਨ ਦਿਓ। ਤਾਂ ਅਸਤਰ ਨੇ ਮੁੜ ਆਖਿਆ ਕਿ ਜਾਂ ਅਤੇ ਸ਼ੂਸ਼ਨ ਵਿੱਚ ਜਿੰਨੇ ਯਹੂਦੀ ਹਨ
ਉਹਨਾਂ ਨੂੰ ਇਕੱਠਾ ਕਰ ਅਤੇ ਤੁਸੀਂ ਮੇਰੇ ਲਈ ਵਰਤ ਰੱਖੋ ਅਤੇ 3 ਦਿਨ ਤੱਕ ਦਿਨ ਰਾਤ ਨਾ ਕੁਝ ਖਾਣਾ ਅਤੇ ਨਾ ਕੁਝ ਪੀਣਾ। ਮੈਂ ਵੀ ਆਪਣੀ ਸਹੇਲੀਆਂ ਸਣੇ ਐਵੇਂ ਹੀ ਵਰਤ ਰੱਖਾਂਗੀ ਅਤੇ ਇਉਂ ਹੀ ਮੈਂ ਪਾਤਸ਼ਾਹ ਦੇ ਕੋਲ ਜਾਵਾਂਗੀ, ਜਿਹੜਾ ਕਾਨੂੰਨ ਦੇ ਅਨੁਸਾਰ ਨਹੀਂ। ਧਿਆਨ ਨਾਲ ਵੇਖੋ ਕਿ ਉਸਨੇ ਕੀ ਆਖਿਆ ਹੈ, ਸਾਰੇ ਮਸੀਹਾਂ ਨੂੰ ਇਕੱਠਾ ਕਰੋ। ਇਸ ਤਰ੍ਹਾਂ ਅਸੀਂ ਆਪਣੀ ਭਾਖਿਆ ਵਿੱਚ ਆ ਸਕਦੇ ਹਾਂ ਅਤੇ ਵਰਤ ਰੱਖੋ ਔਰ ਮੇਰੇ ਲਈ ਪ੍ਰਾਰਥਨਾ ਕਰੋ। ਉਹ ਪ੍ਰਭੂ ਤੇ ਨਿਰਭਰ ਸੀ। ਇੱਕ ਪ੍ਰਸ਼ਨ ਜੋ ਮੇਰੇ ਮਨ ਵਿੱਚ ਆਉਂਦਾ ਹੈ, ਉਸਨੇ ਪ੍ਰਾਰਥਨਾ ਦੇ ਬਾਰੇ ਕਿੱਥੋਂ ਸਿੱਖਿਆ ਹੋਵੇਗਾ? ਉਸਨੇ ਵਰਤ ਦੇ ਬਾਰੇ ਕਿੱਥੋਂ ਸਿੱਖਿਆ ਹੋਵੇਗਾ? ਉਸਨੇ ਕਿੱਥੋਂ ਸਿੱਖਿਆ ਹੋਵੇਗਾ ਕਿ ਪਰਮੇਸ਼ਰ ਦਾ ਦ੍ਰਿੜ ਗੜ੍ਹ ਹੈ ਅਤੇ ਉਸ ਲਈ ਨਾ ਹਿੱਲਣ ਵਾਲੀ ਚਟਾਨ ਹੈ, ਜੋ ਉਸ ਨੂੰ ਗਰਜਦੇ ਹੋਏ ਤੂਫਾਨ ਤੋਂ ਬਚਾ ਸਕਦਾ ਹੈ? ਇਸ ਦਾ ਸਪਸ਼ਟ ਉੱਤਰ ਹੈ ਕਿ ਉਸਨੇ ਆਪਣੇ ਘਰ ਵਿੱਚ ਮਰਦਕਾਈ ਤੋਂ ਹੀ ਸਿੱਖਿਆ ਸੀ। ਇਸ ਲਈ ਮੈਂ ਇੱਕ ਗੱਲ ਕਾਰਨ ਇਸ ਦਾ ਵਿਸ਼ਵਾਸ ਕਰਦਾ ਹਾਂ, ਇਸ ਨਾਜ਼ੁਕ ਘੜੀ ਵਿੱਚ ਮਰਦਕਾਈ ਉਸ ਨੂੰ ਆਪਣੀ ਆਗਿਆ ਦਾ ਪਾਲਨ ਕਰਨ ਲਈ ਆਖਦਾ ਹੈ, ਕਿਉਂ ਜੋ ਉਹ ਜਾਣਦੀ ਸੀ ਕਿ ਉਹ ਸਭ ਕੁਝ ਠੀਕ ਤਰ੍ਹਾਂ ਹੀ ਕਰੇਗੀ, ਕਿਉਂਕਿ ਉਸਨੇ ਉਸ ਨੂੰ ਚੰਗੀ ਤਰ੍ਹਾਂ ਸਿੱਖਿਆ ਦਿੱਤੀ ਹੋਈ ਸੀ। ਨੰਬਰ 2, ਅਸਤਰ ਨੇ ਪਰਮੇਸ਼ਰ ਦੀ ਸਿਆਣਪ ਨੂੰ ਪ੍ਰਗਟ ਕੀਤਾ। ਤਦ ਉਸਨੇ ਪਰਮੇਸ਼ਰ ਦੀ ਸਿਆਣਪ ਨੂੰ ਪ੍ਰਗਟ ਕੀਤਾ। ਉਸਨੇ ਆਪਣੇ ਪਾਲਣ ਪੋਸ਼ਣ ਦੇ ਦੌਰਾਨ ਮਰਦਕਈ ਕੋਲੋਂ ਪਰਮੇਸ਼ਰ ਤੇ ਨਿਰਭਰ ਰਹਿਣਾ ਸਿੱਖਿਆ ਸੀ। ਉਹ ਪਰਮੇਸ਼ਰ ਦੀ ਸਿਆਣਪ ਦੇ ਬਾਰੇ ਜਾਣਦੀ ਸੀ। ਮਰਦਕਈ ਨੂੰ ਇਕੱਠ ਵਿੱਚ ਪ੍ਰਾਰਥਨਾ ਕਰਨ ਲਈ ਆਖਣ ਦੇ ਬਾਵਜੂਦ ਅਸਤਰ ਰਾਜਾ ਕੋਲ ਜਾਣ ਲਈ 3 ਦਿਨ ਇੰਤਜ਼ਾਰ ਕਰਦੀ ਹੈ। ਉਹ ਰਾਜੇ ਦੇ ਮਹਿਲ ਵਿੱਚ ਪੈਰ ਰੱਖਣ ਤੋਂ ਪਹਿਲਾਂ ਪੂਰੇ 3 ਦਿਨ ਪ੍ਰਾਰਥਨਾ ਔਰ ਵਰਤ ਰੱਖਦੀ ਹੈ। ਉਹ ਜਾਣ ਲਈ ਮਾਰਗ ਤਿਆਰ ਕਰਦੀ ਹੈ ਅਤੇ ਬਾਈਬਲ ਦੱਸਦੀ ਹੈ, ਜਦ ਉਸਨੇ ਰਾਜੇ ਅੱਗੇ ਸਿਫਾਰਿਸ਼ ਕੀਤੀ ਅਤੇ ਉਸ ਨੂੰ ਰਾਜੇ ਵੱਲੋਂ ਦਇਆ ਪ੍ਰਾਪਤ ਹੋਈ। ਅਸਤੇਰ 5 ਅਧਿਆਇ 2 ਤੇ 3 ਨੂੰ ਧਿਆਨ ਨਾਲ ਵੇਖੋ। ਤਾਂ ਐਂ ਹੋਇਆ ਕਿ ਜਦ ਪਾਤਸ਼ਾਹ ਨੇ ਮਲਕਾ ਅਸਤਰ ਨੂੰ ਅੰਦਰਲੇ ਵਿਹੜੇ ਵਿੱਚ ਖੜੀ ਵੇਖਿਆ ਤਾਂ ਉਹ ਉਸਦੀ ਨਿਗਾਹ ਵਿੱਚ ਕਿਰਪਾਯੋਗ ਹੋਈ ਅਤੇ ਪਾਤਸ਼ਾਹ ਨੇ ਉਹ ਸੋਨੇ ਦਾ ਆਸਾ ਜਿਹੜਾ ਉਹਦੇ ਹੱਥ ਵਿੱਚ ਸੀ, ਅਸਤਰ ਵੱਲ ਵਧਾਇਆ ਅਤੇ ਅਸਤਰ ਨੇ ਨੇੜੇ ਜਾ ਕੇ ਆਸੇ ਦੀ ਨੋਕ ਨੂੰ ਛੂਆ। ਤਦ ਪਾਤਸ਼ਾਹ ਨੇ ਉਸ ਨੂੰ ਆਖਿਆ, ਮਲਕਾ ਅਸਤਰ, ਤੂੰ ਕੀ ਚਾਹੁੰਦੀ ਹੈ? ਤੇਰਾ ਕੀ ਪ੍ਰਯੋਜਨ ਹੈ? ਅੱਧੀ ਪਾਤਸ਼ਾਹੀ ਤੱਕ ਮੈਂ ਤੈਨੂੰ ਦੇ ਸਕਦਾ ਹਾਂ। ਮੈਂ ਸੋਚ ਸਕਦਾ ਹਾਂ ਤੁਸੀਂ ਸਭ ਔਰਤਾਂ ਇਸ ਘੜੀ ਕੀ ਕਰੋਗੀਆਂ ਅਗਰ ਤੁਹਾਡਾ ਪਤੀ ਤੁਹਾਨੂੰ ਇਸ ਤਰ੍ਹਾਂ ਆਖੇ ਕਿ ਤੁਸੀਂ ਬਿਨਾਂ ਸੋਚੇ ਸਮਝੇ ਨਹੀਂ ਦੱਸ ਦਿਓਗੇ ਕਿ ਤੁਹਾਨੂੰ ਕੀ ਚਾਹੀਦਾ ਹੈ, ਕਿ ਤੁਸੀਂ ਆਪਣੇ ਦਿਲ ਦੀ ਇੱਛਾ ਨੂੰ ਪ੍ਰਗਟ ਨਹੀਂ ਕਰ ਦੋਗੇ। ਤੁਸੀਂ ਇਸ ਤਰ੍ਹਾਂ ਆਖ ਸਕਦੇ ਹੋ, ਠੀਕ ਹੈ ਰਾਜਾ, ਜੇ ਤੂੰ ਮੈਨੂੰ ਦੇਣਾ ਚਾਹੁੰਦਾ ਹੈ ਜੋ ਮੈਂ ਚਾਹੁੰਦੀ ਹਾਂ ਤਾਂ ਉਹ ਹੈ ਹਮਾਨ ਦਾ ਸਿਰ, ਜੋ ਮੈਂ ਚਾਹੁੰਦੀ ਹਾਂ। ਮੈਂ ਹੁਣੇ ਹੀ ਇਸ ਨੂੰ ਚਾਹੁੰਦੀ ਹਾਂ। ਮੈਂ ਉਸ ਦੀ ਮੌਤ ਹੁਣੇ ਹੀ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਉਸ ਦੀ ਹੱਤਿਆ ਹੁਣੇ ਹੀ ਕਰ ਦਿੱਤੀ ਜਾਵੇ। ਮੈਂ ਚਾਹੁੰਦੀ ਹਾਂ ਯਹੂਦੀਆਂ ਤੇ ਹੋਣ ਵਾਲਾ ਅਤਿਆਚਾਰ ਰੋਕ ਦਿੱਤਾ ਜਾਵੇ, ਕਿਉਂਕਿ ਤੂੰ ਜਾਣਦਾ ਹੈ ਹਮਾਨ ਨੇ ਇਹ ਆਗਿਆ ਦੇ ਦਿੱਤੀ ਹੈ ਕਿ ਯਹੂਦੀਆਂ ਨੂੰ ਮਾਰ ਦਿੱਤਾ ਜਾਏ। ਪਰ ਅਸਤਰ ਇਹਨਾਂ ਸਭ ਗੱਲਾਂ ਤੋਂ ਜ਼ਿਆਦਾ ਬੁੱਧੀਮਾਨ ਸੀ। ਉਹ ਇੱਕ ਸਬਰ ਰੱਖਣ ਵਾਲੀ ਔਰਤ ਸੀ ਅਤੇ ਮੈਂ ਇਸ ਕਹਾਣੀ ਨੂੰ ਪਸੰਦ ਕਰਦਾ ਹਾਂ, ਕਿਉਂ ਜੋ ਅੱਗੇ ਇੰਜ ਹੁੰਦਾ ਹੈ। ਉਸ ਦੇ ਕੋਲ ਪਤੀ ਦੁਆਰਾ ਦਿੱਤਾ ਗਿਆ ਕੋਰਾ ਚੈੱਕ ਸੀ, ਜੋ ਰਾਜਾ ਵੀ ਸੀ, ਪਰ ਉਸਨੇ ਆਪਣੀ ਇੱਛਾ ਨੂੰ ਪ੍ਰਗਟ ਨਹੀਂ ਕੀਤਾ। ਇਸ ਦੀ ਜਗ੍ਹਾ ਤੇ ਉਸਨੇ ਰਾਜੇ ਨੂੰ ਅਤੇ ਹਮਾਨ ਨੂੰ ਵਿਸ਼ੇਸ਼ ਭੋਜ ਲਈ ਸੱਦਾ ਦਿੱਤਾ। ਉਹ ਚਾਹੁੰਦੀ ਸੀ ਕਿ ਉਸ ਦਾ ਪਤੀ ਇੱਕ ਅੱਛੇ ਮੂਡ ਵਿੱਚ ਆਵੇ ਤਾਂ ਜੋ ਉਹ ਚਾਹੁੰਦੀ ਹੈ ਉਹ ਲੈ ਸਕੇ। ਉਹ ਇੱਕ ਅੱਛੇ ਔਰ ਚਤਰਾਈ ਦੇ ਤਰੀਕੇ ਨਾਲ ਰਾਜਾ ਕੋਲ ਆਪਣੀ ਇੱਛਾ ਪੂਰੀ ਕਰਾਉਣਾ ਚਾਹੁੰਦੀ ਸੀ। ਉਹ ਇੱਕ ਬੁੱਧੀਮਾਨ ਔਰਤ ਸੀ ਅਤੇ ਅਸੀਂ ਇੱਥੇ ਉਸ ਦੇ ਦਿਲ ਨੂੰ ਦੇਖ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਹੁਸ਼ਿਆਰੀ ਨਾਲ ਇਹ ਸਭ ਕਰਦੀ ਹੈ। ਅਵਸ਼ਵਰੋਸ਼ ਨੂੰ ਉਸ ਹਾਲ ਵਿੱਚ ਲਿਆਉਣਾ ਚਾਹੁੰਦੀ ਸੀ ਕਿ ਉਹ ਨਾ ਕਰ ਸਕੇ। ਅਸਤਰ ਜਾਣਦੀ ਸੀ ਕਿ ਉਸ ਦਾ ਪਤੀ ਆਪਣੇ ਜੀਵਨ ਵਿੱਚ ਮਹਿਮਾ ਚਾਹੁੰਦਾ ਹੈ। ਉਹ ਮਹਾਭੋਜ ਦੀ ਦੌਲਤ ਪਸੰਦ ਕਰੇਗਾ। ਉਹ ਜਾਣਦੀ ਸੀ ਕਿ ਰਾਜੇ ਦੀਆਂ ਨਜ਼ਰਾਂ ਵਿੱਚ ਹਮਾਨ ਦੀ ਕਦਰ ਹੈ ਅਤੇ ਉਸ ਨੂੰ ਇਸ ਦੇ ਪਾਰ ਹੋਣਾ ਹੈ। ਇਸ ਲਈ ਉਸਨੇ ਇੱਕ ਸਹੀ ਯੁਕਤੀ ਬਣਾਈ। ਇੱਕ ਭੁੱਖਾ ਅਸਤੁੰਤ ਸ਼ੇਰ ਨੂੰ ਪੌਸ਼ਟਿਕ ਖਾਣਾ ਖਵਾ ਕੇ ਸੰਤੁਸ਼ਟ ਕਰਕੇ ਬਿੱਲੀ ਬਣਾਇਆ ਜਾ ਸਕਦਾ ਹੈ। ਉਹ ਜਾਣਦੀ ਸੀ ਅਤੇ ਸੋਚ ਕੇ ਉਹ ਰੁਕੀ ਨਹੀਂ। ਇੱਕ ਵਾਰ ਅਵਸ਼ਵਰੋਸ਼ ਨੂੰ ਉਸ ਦਾ ਭੋਜ ਸਵੀਕਾਰ ਕੀਤਾ ਸੀ ਅਤੇ ਉਸ ਨੂੰ ਦੁਬਾਰਾ ਪੁੱਛਿਆ ਕਿ ਉਹ ਉਸ ਨੂੰ ਦੱਸੇ ਕਿ ਉਹ ਕਿਸ ਲਈ ਉਹਦੇ ਕੋਲ ਪ੍ਰਾਰਥਨਾ ਕਰਨ ਆਈ ਸੀ। ਆਓ ਵੇਖੀਏ ਅਸਤਰ ਕਿਸ ਤਰ੍ਹਾਂ ਉੱਤਰ ਦਿੰਦੀ ਹੈ। ਅਸਤਰ 5 ਅਧਿਆਇ 7-8 ਵਚਨ। ਅਸਤਰ ਨੇ ਉੱਤਰ ਦੇ ਕੇ ਆਖਿਆ, ਮੇਰੀ ਅਰਜ਼ ਅਤੇ ਮੇਰੀ ਭਿਉਣੀ ਇਹ ਹੈ, ਜੇ ਮੈਂ ਪਾਤਸ਼ਾਹ ਦੀ ਨਿਗਾਹ ਵਿੱਚ ਦਇਆ ਦੀ ਭਾਗੀ ਹਾਂ ਅਤੇ ਜੇ ਪਾਤਸ਼ਾਹ ਨੂੰ ਮੇਰੀ ਅਰਜ਼ ਚੰਗੀ ਲੱਗੇ ਤਾਂ ਪਾਤਸ਼ਾਹ ਔਰ ਹਮਾਨ ਪ੍ਰਸ਼ਾਦਾ ਛਕਣ ਨੂੰ ਜਿਹੜਾ ਮੈਂ ਉਹਨਾਂ ਲਈ ਤਿਆਰ ਕਰਾਂਗੀ ਆਉਣ, ਤੇ ਕੱਲ ਨੂੰ ਮੈਂ ਉਹ ਕੁਝ ਕਰਾਂਗੀ ਜਿਵੇਂ ਪਾਤਸ਼ਾਹ ਨੇ ਆਖਿਆ ਹੈ।
ਹੁਣ ਰਾਜੇ ਦੀ ਉਤਸੁਕਤਾ ਕੋਈ ਖਾਸ ਮਹੱਤਵ ਨਹੀਂ ਰੱਖਦੀ ਸੀ। ਇੱਕ ਦੂਜਾ ਮਹਾਪੋਜ ਇਸ ਜਗਤ ਵਿੱਚ ਇਹ ਔਰਤ ਕੀ ਚਾਹੁੰਦੀ ਹੈ, ਉਸ ਦੇ ਮਨ ਵਿੱਚ ਕੀ ਹੈ, ਅਤੇ ਜੋ ਵੀ ਹੈ ਇਹ ਭੇਦ ਉਸ ਦਾ ਔਰਤ ਦਾ ਹੀ ਹੈ ਜੋ ਉਸ ਦੀ ਪਤਨੀ ਹੈ। ਜਦ ਤੱਕ ਦੂਜਾ ਮਹਾਪੋਜ ਦਾ ਦਿਨ ਨਹੀਂ ਆਇਆ, ਅਸਤਰ ਨੇ ਆਪਣੇ ਪਤੀ ਨੂੰ ਨਹੀਂ ਦੱਸਿਆ ਕਿ ਕੀ ਗੱਲ ਉਸ ਨੂੰ ਪਰੇਸ਼ਾਨ ਕਰ ਰਹੀ ਹੈ। ਸ਼ਾਇਦ ਰਾਜਾ ਇਹ ਆਸ ਕਰ ਰਿਹਾ ਸੀ ਕਿ ਉਹ ਉਸ ਕੋਲੋਂ ਅੱਧਾ ਰਾਜਪਾਟ ਮੰਗੇਗੀ, ਜਿਸ ਨੂੰ ਉਸ ਨੂੰ ਦੇਣਾ ਪਵੇਗਾ, ਅਤੇ ਉਹ ਦੇ ਸਕਦਾ ਹੈ। ਪਰ ਨਹੀਂ, ਉਹ ਤਾਂ ਆਪਣਾ ਜੀਵਨ ਬਖਸ਼ਣ ਲਈ ਮੰਗਦੀ ਹੈ। ਉਸ ਦੀ ਪ੍ਰਾਰਥਨਾ ਨੂੰ ਅਸੀਂ ਅਸਤਰ 7 ਅਧਿਆਇ 3 ਵਚਨ ਤੇ 4 ਵਚਨ ਵਿੱਚ ਵੇਖਦੇ ਹਾਂ। ਅਸਤਰ ਮਲਕਾ ਨੇ ਉੱਤਰ ਦੇ ਕੇ ਆਖਿਆ, ਹੇ ਰਾਜਨ, ਜੇ ਮੈਂ ਤੇਰੀ ਨਿਗਾਹ ਵਿੱਚ ਤਰਸ ਦੀ ਭਾਗੀ ਹਾਂ ਅਤੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੇਰੀ ਅਰਜ਼ ਉੱਤੇ ਮੇਰੀ ਜਾਨ ਬਖਸ਼ੀ ਜਾਏ, ਅਤੇ ਮੇਰੀ ਭਿਉਣੀ ਉੱਤੇ ਮੇਰੇ ਲੋਕ ਮੈਨੂੰ ਦਿੱਤੇ ਜਾਣ, ਕਿਉਂਕਿ ਮੈਂ ਤੇ ਮੇਰੇ ਲੋਕ ਨਾਸ਼ ਹੋਣ ਲਈ ਔਰ ਵੱਢੇ ਜਾਣ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ। ਜੇ ਅਸੀਂ ਗੋਲੇ ਗੋਲੀਆਂ ਵਾਂਗੂ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ, ਪਰ ਸਾਡਾ ਕਸ਼ਟ ਪਾਤਸ਼ਾਹ ਦੇ ਘਾਟੇ ਦੇ ਤੁਲ ਨਹੀਂ ਹੁੰਦਾ। ਅਤੇ ਹੁਣ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਇਹ ਧਰਤੀ ਦਾ ਸਭ ਤੋਂ ਸ਼ਕਤੀਸ਼ਾਲੀ ਮਨੁੱਖ ਦੇ ਉੱਤੇ ਕੀ ਅਸਰ ਹੋਵੇਗਾ, ਕਿ ਇਸ ਔਰਤ ਨੂੰ ਜੋ ਉਸ ਦੀ ਪਤਨੀ ਨੂੰ ਜਾਨ ਦਾ ਖਤਰਾ ਹੈ ਅਤੇ ਉਹ ਜਿਸ ਨੂੰ ਬਹੁਤ ਪਿਆਰ ਕਰਦਾ ਹੈ, ਹੁਣ ਉਹ ਕੁਝ ਨਹੀਂ ਕਰੇਗਾ, ਪਰ ਇਹ ਇੱਕ ਬੰਬ ਦੀ ਤਰ੍ਹਾਂ ਫਟ ਸਕਦਾ ਹੈ, ਇਹ ਜਾਣਨ ਲਈ ਕਿ ਉਹ ਮਨੁੱਖ ਕੌਣ ਹੈ ਜਿਸ ਨੂੰ ਯਹੂਦੀਆਂ ਨੂੰ ਨਾਸ਼ ਕਰਨ ਦਾ ਫੈਸਲਾ ਕੀਤਾ ਹੈ। ਉਹ ਵਿਰੋਧੀ ਅਤੇ ਵੈਰੀ ਤਾਂ ਉਸ ਭੋਜ ਵਿੱਚ ਉਹਨਾਂ ਦੇ ਨਾਲ ਹੀ ਸੀ। ਮਲਕਾ ਨੇ ਉਸ ਨੂੰ ਹੀ ਹਾਜ਼ਰ ਹੋਣ ਲਈ ਇਸ ਮਹਾਭੋਜ ਵਿੱਚ ਬੁਲਾਇਆ ਸੀ, ਅਤੇ ਅਸਤਰ ਦੀ ਸਫਲਤਾ ਦੀ ਇੱਕ ਕੁੰਜੀ ਸੀ। ਉਹ ਆਪਣੇ ਪਤੀ ਨੂੰ ਇਹ ਸਮਝਾਉਣਾ ਚਾਹੁੰਦੀ ਸੀ ਕਿ ਉਹ ਇਸ ਗੱਲ ਦਾ ਅਹਿਸਾਸ ਕਰੇ ਕਿ ਇਸ ਤਰ੍ਹਾਂ ਦੀ ਘਟਨਾ ਰਾਜੇ ਦੀ ਆਪਣੀ ਖੁਸ਼ੀ ਨੂੰ ਨਾਸ਼ ਕਰ ਸਕਦੀ ਹੈ। ਉਸ ਕੋਲ ਇਸ ਤਰ੍ਹਾਂ ਦੀ ਸੂਝੀ ਸੀ ਕਿ ਉਸਨੇ ਸ਼ੁਰੂ ਵਿੱਚ ਹੀ ਆਪਣੇ ਲਈ ਪ੍ਰਾਰਥਨਾ ਨਹੀਂ ਕੀਤੀ, ਪਰ ਇਸ ਭੋਜ ਦੇ ਦੁਆਰਾ ਆਪਣੇ ਪਤੀ ਨੂੰ ਇਸ ਮੋੜ ਤੇ ਲੈ ਆਈ ਕਿ ਉਹ ਉਸ ਦੇ ਦੁੱਖ ਨੂੰ ਮਹਿਸੂਸ ਕਰ ਸਕੇ ਅਤੇ ਅਹਿਸਾਸ ਕਰ ਲਵੇ ਕਿ ਇਸ ਘਟਨਾ ਦੀ ਘੋਸ਼ਣਾ ਦੇ ਦੁਆਰਾ ਉਸ ਔਰਤ ਨੂੰ ਗਵਾ ਦੇਵੇਗਾ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਹੈ। ਉਸ ਨੂੰ ਪੂਰਾ ਭਰੋਸਾ ਸੀ ਕਿ ਉਸ ਦਾ ਪਤੀ ਇਸ ਘਟਨਾ ਨੂੰ ਪਸੰਦ ਨਹੀਂ ਕਰੇਗਾ, ਕਿ ਉਹ ਆਪਣੀ ਪਤਨੀ ਨੂੰ ਗਵਾ ਦੇਵੇ। ਜੋ ਕੁਝ ਵੀ ਉਸਨੇ ਕੀਤਾ ਆਪਣੇ ਦਿਲ ਨਾਲ ਆਪਣੇ ਪਤੀ ਨੂੰ ਸਮਝਾਉਣ ਲਈ ਸੀ। ਹੁਣ ਮੈਂ ਇੱਥੇ ਇੱਕ ਪ੍ਰਸ਼ਨ ਪੁੱਛਦਾ ਹਾਂ, ਇਸ ਜਵਾਨ ਔਰਤ ਨੇ ਇਸ ਤਰ੍ਹਾਂ ਦੀ ਹੁਸ਼ਿਆਰੀ ਦਾ ਤਰੀਕਾ ਕਿੱਥੋਂ ਸਿੱਖਿਆ ਸੀ? ਕਿਸ ਤਰ੍ਹਾਂ ਉਸਨੇ ਇਸ ਤਰ੍ਹਾਂ ਦੀ ਦੂਰਦ੍ਰਿਸ਼ਟੀ ਅਤੇ ਵਿਸ਼ਵਾਸ ਪਾਇਆ ਸੀ? ਕਿਸ ਤਰ੍ਹਾਂ ਉਹ ਇਸ ਤਰ੍ਹਾਂ ਦਾ ਨਾਟਕ ਕਰ ਸਕੀ? ਇਸ ਦਾ ਸਪਸ਼ਟ ਉੱਤਰ ਫਿਰ ਉਹੀ ਹੈ, ਘਰ ਵਿੱਚ ਮਰਦਕਾਈ ਕੋਲੋਂ। ਜਵਾਨ ਅਸਤਰ ਨੇ ਇਹ ਗੁਣ ਮਰਦਕਾਈ ਕੋਲੋਂ ਹੀ ਪਾਏ ਸਨ, ਜਿਸ ਕਾਰਨ ਉਹ ਵਿਸ਼ਵਾਸੀ ਔਰਤ ਬਣ ਸਕੀ। ਨੰਬਰ 3, ਅਸਤਰ ਪਰਮੇਸ਼ਰ ਦੀ ਪ੍ਰਭੁਤਾ ਦੇ ਪ੍ਰਤੀ ਸਮਰਪਿਤ ਸੀ। ਮੈਨੂੰ ਇੰਜ ਜਾਪਦਾ ਹੈ ਕਿ ਜੋ ਕੋਈ ਇਸ ਤਰ੍ਹਾਂ ਦੇ ਗੁਣਾਂ ਦਾ ਵਿਕਾਸ ਆਪਣੇ ਅੰਦਰ ਕਰ ਲੈਂਦਾ ਹੈ, ਜਿਸ ਤਰ੍ਹਾਂ ਕਿ ਅਸਤਰ ਨੇ ਪਰਮੇਸ਼ਰ ਦੀ ਪ੍ਰਭੁਤਾ ਦੇ ਪ੍ਰਤੀ ਨਾ ਡੋਲਣ ਵਾਲਾ ਵਿਸ਼ਵਾਸ ਕੀਤਾ, ਉਹ ਕਦੇ ਨਿਰਾਸ਼ ਨਹੀਂ ਹੋ ਸਕਦਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਬੱਚੀਆਂ ਵੀ ਅਸਤਰ ਦੇ ਕਦਮਾਂ ਉੱਤੇ ਚੱਲਣ, ਤਾਂ ਸਾਨੂੰ ਉਹਨਾਂ ਦੀ ਸਹਾਇਤਾ ਕਰਨੀ ਪਵੇਗੀ, ਜਿਸ ਤਰ੍ਹਾਂ ਕਿ ਮਰਦਕਾਈ ਨੇ ਉਸ ਦੀ ਕੀਤੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਇਸ ਨੂੰ ਸਮਝੋ ਕਿ ਅਸਤਰ ਪਰਮੇਸ਼ਰ ਦੀ ਪ੍ਰਭੁਤਾ ਦੇ ਪ੍ਰਤੀ ਸਮਰਪਿਤ ਸੀ। ਕਿ ਤੁਸੀਂ ਜਾਣਦੇ ਹੋ ਕਿ ਬਾਈਬਲ ਵਿੱਚ ਅਸਤਰ ਦੀ ਕਿਤਾਬ ਹੀ ਐਸੀ ਹੈ ਜਿਸ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਲਿਆ ਗਿਆ? ਕਿ ਤੁਸੀਂ ਜਾਣਦੇ ਹੋ ਪਰਮੇਸ਼ਰ ਦਾ ਨਾਮ ਇਸ ਕਿਤਾਬ ਵਿੱਚ ਕਿਤੇ ਵੀ ਨਹੀਂ ਆਇਆ, ਅਤੇ ਕਿਸੇ ਨੇ ਆਖਿਆ ਕਿ ਪਰਮੇਸ਼ਰ ਸਭ ਤੋਂ ਵੱਧ ਇਸ ਕਿਤਾਬ ਵਿੱਚ ਹੈ। ਹਰ ਵਰਕੇ ਤੇ ਜੋ ਸ਼ਾਇਦ ਬਾਈਬਲ ਦੇ ਕਿਸੇ ਹੋਰ ਕਿਤਾਬ ਵਿੱਚ ਨਹੀਂ, ਅਸਤਰ ਦੀ ਇਹ ਕਿਤਾਬ ਸਪਸ਼ਟ ਰੂਪ ਵਿੱਚ ਹਰ ਜਗ੍ਹਾ ਤੇ ਪਰਮੇਸ਼ਰ ਦੀ ਪ੍ਰਭੁਤਾ ਦੇ ਬਿਆਨ ਕਰਦੀ ਹੈ। ਆਓ ਮੈਂ ਦੱਸਾਂ ਕਿ ਮੇਰੇ ਕਹਿਣ ਦਾ ਕੀ ਮਤਲਬ ਹੈ। ਕੁਝ ਦੇਰ ਲਈ ਸੋਚੋ ਕਿ ਅਸਤਰ ਬਿਨਾਂ ਮਾਂ-ਬਾਪ ਦੇ ਪਲ ਕੇ ਜਵਾਨ ਹੋ ਰਹੀ ਹੈ। ਇਤਿਹਾਸ ਨੂੰ ਪੜ੍ਹ ਕੇ ਅਸੀਂ ਸਪਸ਼ਟ ਰੂਪ ਵਿੱਚ ਸਮਝ ਜਾਂਦੇ ਹਾਂ ਕਿ ਜਦ ਉਹ ਜਵਾਨ ਹੀ ਸੀ, ਉਹਦੇ ਮਾਤਾ-ਪਿਤਾ ਮਰ ਗਏ। ਇਸ ਤਰ੍ਹਾਂ ਅਸਤਰ ਲਈ ਬਹੁਤ ਮੁਸ਼ਕਲ ਸੀ। ਮੈਂ ਯਕੀਨ ਕਰਦਾ ਹਾਂ ਕਿ ਜਿਸ ਪਰਿਵਾਰ ਵਿੱਚ ਬੱਚਾ ਇੱਕ ਮਾਂ-ਬਾਪ ਦੀ ਦੇਖ-ਰੇਖ ਵਿੱਚ ਪਲਦਾ ਹੈ, ਉਹ ਸੋਚਦਾ ਹੈ ਪਰਮੇਸ਼ਰ ਉਸ ਦਾ ਧਿਆਨ ਨਹੀਂ ਰੱਖਦਾ, ਜਿਸ ਤਰ੍ਹਾਂ ਦੂਜਿਆਂ ਦਾ ਰੱਖਦਾ ਹੈ। ਕਈ ਵਾਰ ਇਸ ਤਰ੍ਹਾਂ ਦੀ ਘਟਨਾਵਾਂ ਸਾਨੂੰ ਦੁੱਖ ਅਤੇ ਚੋਟ ਦਿੰਦੀਆਂ ਹਨ। ਉਹ ਇਹ ਕਹਿਣ ਨੂੰ ਮਜਬੂਰ ਹੋ ਜਾਂਦੇ ਹਨ, ਪਰਮੇਸ਼ਰ, ਕੀ ਤੂੰ ਸਾਡੇ ਲਈ ਕੁਝ ਨਹੀਂ ਕਰ ਸਕਦਾ? ਮੈਂ ਹਰ ਜਗ੍ਹਾ ਤੈਨੂੰ ਕਿਉਂ ਨਹੀਂ ਵੇਖ ਸਕਦਾ? ਮੇਰੇ ਜੀਵਨ ਵਿੱਚ ਕੀ ਹੋ ਰਿਹਾ ਹੈ? ਇਸ ਤਰ੍ਹਾਂ ਦੀ ਹਰੇਕ ਗੱਲ ਅਸਤਰ ਦੇ ਜੀਵਨ ਵਿੱਚ ਵੀ ਹੋ ਰਹੀ ਸੀ। ਧੰਨਵਾਦ ਪਿਆਰੇ ਦਰਸ਼ਕੋ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਖੀਰ ਤੱਕ ਬਣੇ ਰਹੇ। ਅੱਜ ਅਸੀਂ ਐਸਤਰ ਦੇ ਜੀਵਨ ਬਾਰੇ ਗੌਰ ਕਰ ਰਹੇ ਸੀ। ਜਿਵੇਂ ਕਿ ਅਸੀਂ ਵੇਖਿਆ ਕਿ ਐਸਤਰ ਇੱਕ ਖੂਬਸੂਰਤ, ਬੁੱਧੀਮਾਨ ਅਤੇ ਪਰਮੇਸ਼ਰ ਦਾ ਆਦਰ ਕਰਨ ਵਾਲੀ ਅਤੇ ਉਸਦੇ ਹੁਕਮਾਂ ਨੂੰ ਮੰਨਣ ਵਾਲੀ ਇਸਤਰੀ ਸੀ। ਉਹ ਅਨਾਥ ਸੀ ਅਤੇ ਮੁਰਦਕਾਈ ਨੇ ਉਸ ਨੂੰ ਉਸਦੇ ਬਚਪਨ ਵਿੱਚ ਗੋਦ ਲੈ ਲਿਆ ਸੀ
ਅਤੇ ਉਸ ਨੂੰ ਆਪਣੀ ਧੀ ਮੰਨ ਕੇ ਉਸ ਦੀ ਪਰਵਰਿਸ਼ ਕੀਤੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਐਸਤਰ ਦੀ ਉਹਨਾਂ ਖੂਬੀਆਂ ਨੂੰ ਵੇਖਿਆ ਜਿਸ ਦੇ ਕਰਕੇ ਉਹ ਇੱਕ ਮਹਾਨ ਰਾਣੀ ਕਹਾਉਂਦੀ ਹੈ। ਅਸੀਂ ਵੇਖਿਆ ਕਿ ਐਸਤਰ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣ ਵਾਲੀ ਇਸਤਰੀ ਸੀ। ਅਸੀਂ ਵੇਖਿਆ ਕਿ ਉਹ ਪਰਮੇਸ਼ਰ ਦੇ ਸਿਆਣਪ ਨੂੰ ਪ੍ਰਗਟ ਕਰਨ ਵਾਲੀ ਇਸਤਰੀ ਸੀ। ਪਰਮੇਸ਼ਰ ਨੇ ਐਸਤਰ ਨੂੰ ਉਸ ਸਮੇਂ ਦੇ ਲਈ ਰਾਣੀ ਬਣਾਇਆ ਜਦੋਂ ਉਹਨੂੰ ਆਪਣੇ ਲੋਕਾਂ ਨੂੰ ਬਚਾਉਣਾ ਸੀ। ਇਸ ਤੋਂ ਬਾਅਦ ਅਸੀਂ ਵੇਖਿਆ ਕਿ ਉਹ ਪਰਮੇਸ਼ਰ ਦੀ ਪ੍ਰਭੁਤਾ ਦੇ ਲਈ ਸਮਰਪਿਤ ਸੀ। ਆਪਣੀ ਕੌਮ ਦੇ ਲੋਕਾਂ ਨੂੰ ਬਚਾਉਣ ਦੇ ਲਈ ਉਹ ਪ੍ਰਾਰਥਨਾ ਕਰਦੀ ਅਤੇ ਵਰਤ ਰੱਖਦੀ ਸੀ ਅਤੇ ਸਾਰੇ ਯਹੂਦੀਆਂ ਨੂੰ ਇਕੱਠਾ ਹੋਣ ਲਈ ਕਹਿੰਦੀ ਹੈ। ਦੋਸਤੋ, ਇਹ ਸਭ ਗੱਲਾਂ ਐਸਤਰ ਨੇ ਕਿੱਥੋਂ ਸਿੱਖੀਆਂ ਸੀ? ਉਹਨੇ ਇਹ ਸਭ ਆਪਣੇ ਘਰ ਵਿੱਚ ਸਿੱਖਿਆ। ਮੁਰਦਕਈ ਨੇ ਉਹਨੂੰ ਇਹ ਸਭ ਗੱਲਾਂ ਸਿਖਾਈਆਂ। ਦੋਸਤੋ, ਇਹ ਪੁਰਖ ਪ੍ਰਧਾਨ ਸਮਾਜ ਦੇ ਵਿੱਚ ਔਰਤਾਂ ਨੂੰ ਕਮਜ਼ੋਰ ਪਾਤਰ ਮੰਨਿਆ ਜਾਂਦਾ ਹੈ, ਪਰ ਸੱਚਾਈ ਤਾਂ ਇਹੋ ਹੈ ਕਿ ਪਰਮੇਸ਼ਰ ਇਸਤਰੀ ਅਤੇ ਪੁਰਖ ਦੇ ਵਿੱਚ ਕੋਈ ਵੀ ਫਰਕ ਨਹੀਂ ਕਰਦਾ। ਜਰਾ ਗੌਰ ਕਰਕੇ ਦੇਖੋ, ਇਹ ਕਿੰਨੇ ਅਚੰਭੇ ਵਾਲੀ ਗੱਲ ਹੈ ਕਿ ਜੇਕਰ ਇਸਤਰੀਆਂ ਆਪਣਾ ਯੋਗਦਾਨ ਨਾ ਦਿੰਦੀਆਂ ਤਾਂ ਪਰਮੇਸ਼ਰ ਦੇ ਰਾਜ ਦਾ ਕੀ ਹੁੰਦਾ? ਮਾਤਾ ਪਿਤਾ ਹੋਣ ਦੇ ਨਾਤੇ ਇਹ ਸਾਡਾ ਫਰਜ਼ ਹੈ ਕਿ ਅਸੀਂ ਇਸਤਰੀਆਂ ਦੀ ਸਹਾਇਤਾ ਕਰੀਏ ਕਿ ਉਹ ਮਸੀਹ ਦੇ ਲਈ ਕੁਝ ਕਰ ਸਕਣ। ਦੋਸਤੋ, ਐਸਤਰ ਦੇ ਜੀਵਨ ਦੇ ਵਿੱਚ ਇਸ ਅਧਿਐਨ ਨੂੰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਵਾਰੀ ਫਿਰ ਤੋਂ ਸਾਨੂੰ ਮੌਕਾ ਦਿੱਤਾ ਕਿ ਅਸੀਂ ਤੁਹਾਡੇ ਚਰਨਾਂ ਵਿੱਚ ਆ ਕੇ ਪ੍ਰਭੂ ਜੀ ਤੁਹਾਡੇ ਵਚਨਾਂ ਨੂੰ ਸਿੱਖ ਸਕੀਏ, ਤੁਹਾਡੀ ਉਪਸਥਿਤੀ ਦਾ ਆਨੰਦ ਮਾਣ ਸਕੀਏ ਔਰ ਤੁਹਾਡੇ ਵਚਨਾਂ ਦੇ ਦੁਆਰਾ ਪਿਤਾ ਪਰਮੇਸ਼ਰ ਆਪਣੇ ਜੀਵਨਾਂ ਨੂੰ ਇੱਕ ਨਵੀਂ ਦਿਸ਼ਾ ਦੇ ਸਕੀਏ। ਪ੍ਰਭੂ ਜੀ, ਐਸਤਰ ਦੇ ਜੀਵਨ ਦੇ ਦੁਆਰਾ ਤੁਸੀਂ ਸਾਨੂੰ ਜੋ ਗੱਲਾਂ ਸਿਖਾਈਆਂ ਉਹਨਾਂ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਮਹਾਨ ਰਾਣੀ ਦੇ ਜੀਵਨ ਵਿੱਚ ਜੋ ਉਦੇਸ਼ ਰੱਖਿਆ ਉਸ ਉਦੇਸ਼ ਨੂੰ ਪੂਰਾ ਕਰਨ ਵਾਸਤੇ ਪਿਤਾ ਪਰਮੇਸ਼ਰ ਕਿਸ ਤਰ੍ਹਾਂ ਮੁਰਦਕਈ ਨੂੰ ਇਸਤੇਮਾਲ ਕੀਤਾ ਕਿ ਉਹਨੂੰ ਯਾਦ ਕਰਾਏ ਕਿ ਉਹਦਾ ਫਰਜ਼ ਕੀ ਹੈ। ਪਿਤਾ ਪਰਮੇਸ਼ਰ ਐਸਤਰ ਨੇ ਵੀ ਬੜੀ ਪਿਤਾ ਪਰਮੇਸ਼ਰ ਵਫਾਦਾਰੀ ਨਾਲ ਆਪਣੇ ਫਰਜ਼ ਨੂੰ ਨਿਭਾਇਆ ਔਰ ਇਸੇ ਕਰਕੇ ਉਹ ਮਹਾਨ ਰਾਣੀਆਂ 'ਚ ਗਿਣੀ ਗਈ। ਪਿਆਰੇ ਪਿਤਾ ਪਰਮੇਸ਼ਰ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਸਾਡੇ ਸਮਾਜ ਦੇ ਵਿੱਚ ਇਸਤਰੀਆਂ ਨੂੰ ਉਸ ਤਰੀਕੇ ਨਾਲ ਪ੍ਰਭੂ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ ਔਰ ਨਾ ਹੀ ਉਹਨਾਂ ਨੂੰ ਇਸ ਲਾਇਕ ਸਮਝਿਆ ਜਾਂਦਾ ਕਿ ਉਹ ਕੁਝ ਕਰ ਸਕਦੀਆਂ। ਪਰ ਪਿਤਾ ਪਰਮੇਸ਼ਰ, ਐਸਤਰ ਦੇ ਜੀਵਨ ਵਿੱਚ ਤੁਹਾਡਾ ਉਦੇਸ਼ ਸਾਨੂੰ ਇਹ ਦੱਸਦਾ ਹੈ ਕਿ ਤੁਸੀਂ ਇਸਤਰੀ ਔਰ ਪੁਰਸ਼ ਦੇ ਵਿੱਚ ਕੋਈ ਵੀ ਫਰਕ ਨਹੀਂ ਕਰਦੇ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਉਹ ਦੋਨੋਂ ਬਰਾਬਰ ਦੀ ਹਿੱਸੇਦਾਰੀ 'ਚ ਤੁਹਾਡੇ ਵੱਲ ਵੱਧਦੇ ਚਲੇ ਜਾਣ। ਪਿਆਰੇ ਪਿਤਾ ਪਰਮੇਸ਼ਰ, ਸਾਡੀ ਪ੍ਰਾਰਥਨਾ ਹੈ ਤੁਸੀਂ ਸਾਡੇ ਪਰਿਵਾਰਾਂ ਦੇ ਵਿੱਚ ਲੋਕਾਂ ਦੀ ਬੁੱਧੀ ਨੂੰ ਖੋਲੋ, ਸਾਨੂੰ ਉੱਚੀ ਅਤੇ ਵੱਡੀ ਸੋਚ ਪ੍ਰਦਾਨ ਕਰੋ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਪਿਤਾ ਤੁਹਾਡੀ ਇੱਛਾ ਦੇ ਮੁਤਾਬਿਕ ਚਲਾਉਣ ਦੇ ਲਈ ਉਹਨਾਂ ਨੂੰ ਚੰਗੇ ਮੌਕੇ ਪ੍ਰਦਾਨ ਕਰ ਸਕੀਏ। ਇਸ ਅੱਛੇ ਵਚਨ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।